ਪ੍ਰਾਈਮ ਏਸ਼ੀਆ ਟੀਵੀ ਤੇ ਇੱਕ ਵਾਰ ਫਿਰ ਤੋਂ ਆਪ ਸਭ ਦਾ ਸਵਾਗਤ। ਮੈਂ ਹਾਂ ਨਵਜੀਤ ਤੇ ਪ੍ਰੋਗਰਾਮ ਦਾ ਨਾਮ ਹੈ ਪ੍ਰਾਈਮ ਡਿਸਕਸ਼ਨ ਵਿਦ ਜਤਿੰਦਰ ਪੰਨੂ। ਦੇਸ਼ ਦੁਨੀਆ ਵਿੱਚ ਇੱਕ ਵਾਰ ਫਿਰ ਤੋਂ ਕਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵੱਧ ਰਹੇ ਨੇ। ਕੁਝ ਥਾਵਾਂ ਦੇ ਉੱਪਰ ਤਾਲਾਬੰਦੀ ਦੁਆਰਾ ਤੋਂ ਕਰਨ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਕਿਹੜੇ ਸੂਬੇ ਆ, ਕਿੱਥੇ ਕੀ ਹਾਲਾਤ ਨੇ, ਉਹਦੇ ਬਾਰੇ ਗੱਲਬਾਤ ਕਰਾਂਗੇ। ਚੋਣ ਪ੍ਰਚਾਰ ਚੱਲ ਰਿਹਾ 5 ਸੂਬਿਆਂ ਵਿੱਚ, ਕਿਸਾਨ ਉੱਥੇ ਵੀ ਜਾ ਰਹੇ ਨੇ। ਕੀ ਕਰਨਗੇ ਜਾ ਕੇ, ਕਿਸ ਤਰ੍ਹਾਂ ਦੀਆਂ ਗੱਲਾਂ ਸਾਹਮਣੇ ਆ ਸਕਦੀਆਂ ਨੇ, ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਚਰਚਾ ਕਰਦੇ ਹਾਂ। ਚਰਚਾ ਲਈ ਮੇਰੇ ਨਾਲ ਨੇ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਪੰਨੂ ਸਾਹਿਬ ਬਹੁਤ ਬਹੁਤ ਸਵਾਗਤ ਜੀ। ਪੰਨੂ ਸਾਹਿਬ, ਕਰੋਨਾ ਵਾਇਰਸ ਦਾ ਕਹਿਰ ਇੱਕ ਵਾਰ ਫਿਰ ਤੋਂ ਵੱਧਦਾ ਜਾ ਰਿਹਾ। ਕਈ ਦੇਸ਼ਾਂ ਵਿੱਚ ਦੇਖਣ ਨੂੰ ਮਿਲਿਆ ਕਿ ਕੇਸ ਤੇਜ਼ੀ ਨਾਲ ਵੱਧ ਰਹੇ ਆ, ਭਾਵੇਂ ਬ੍ਰਾਜ਼ੀਲ ਹੋਵੇ ਚਾਹੇ ਹੋਰ ਮੁਲਕ ਹੋਣ। ਭਾਰਤ ਵਿੱਚ ਵੀ ਹੁਣ ਕਈ ਥਾਵਾਂ ਤੇ ਤਾਲਾਬੰਦੀ ਲਗਾਉਣ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ। ਕਿਵੇਂ ਦੇਖਦੇ ਹੋ ਇਹਨਾਂ ਹਾਲਾਤਾਂ ਨੂੰ? ਨਵਜੀਤ ਜੀ, ਇੱਕ ਤਾਂ ਅਮਰੀਕਾ ਅਜੇ ਤੱਕ ਕੰਟਰੋਲ ਨਹੀਂ ਹੋ ਰਿਹਾ ਜੀ। ਉੱਥੇ ਬਿਮਾਰੀ ਲਗਾਤਾਰ ਵੱਧ ਰਹੀ ਹੈ। ਜੇ ਅੱਗੇ ਜਿੰਨੀ ਸਪੀਡ ਤੇ ਨਹੀਂ ਵੱਧ ਰਹੀ ਤੇ ਘੱਟ ਤੇ ਆ, ਪਰ ਬਿਮਾਰੀ ਅਜੇ ਕੰਟਰੋਲ ਵਿੱਚ ਨਹੀਂ। ਜੀ ਬਿਲਕੁਲ। ਉੱਤੋਂ ਵਿਖਾਵਾ ਕਰਦੇ ਨੇ, ਪਰ ਉਹਨਾਂ ਦੇ ਅੰਦਰੋਂ ਜਿਹੜੀਆਂ ਗੱਲਾਂ ਆਉਂਦੀਆਂ ਸਾਇੰਟਿਸਟਾਂ ਤੋਂ, ਉਹ ਇਹ ਆ ਕਿ ਅਜੇ ਪੂਰੀ ਤਰ੍ਹਾਂ ਕਾਬੂ 'ਚ ਨਹੀਂ ਆ ਰਹੀ। ਜੀ। ਦੂਸਰਾ, ਬ੍ਰਾਜ਼ੀਲ ਤਾਂ ਠੀਕ ਆਖਿਆ। ਬਰਤਾਨੀਆ 'ਚ ਲੋਕ ਅੰਦਰੇ ਤੜਕੇ ਅੱਕੇ ਪਏ ਆ। ਬਿਲਕੁਲ। ਪਰ ਬਿਮਾਰੀ ਦੇ ਡਰ ਵੀ ਆ। ਕੁਝ ਲੋਕ ਅਜੇ ਵੀ ਕਹਿੰਦੇ ਸਾਨੂੰ ਖੁੱਲ੍ਹਾਂ ਦੇ ਦਿਓ। ਜੀ। ਖੁੱਲ੍ਹਾਂ ਦੇਤੀਆਂ ਤੇ ਨੁਕਸਾਨ ਹੋਰ ਹੋ ਸਕਦਾ ਜੀ। ਸਾਡੇ ਭਾਰਤ ਵਿੱਚ ਵੀ ਬਿਮਾਰੀ ਜਿਹੜੀ ਉਹ ਵੱਧ ਰਹੀ ਹੈ। ਪਿਛਲੇ 2 ਹਫ਼ਤਿਆਂ ਤੋਂ ਵਧਣੀ ਸ਼ੁਰੂ ਹੋਈ ਹੈ। ਜੀ। ਪੰਜਾਬ ਸਰਕਾਰ ਨੇ ਵੀ ਕੁਝ ਪਾਬੰਦੀਆਂ ਲਾਈਆਂ, ਹੋਰਨਾਂ ਨੇ ਵੀ। ਮਹਾਰਾਸ਼ਟਰ ਸਰਕਾਰ, ਪਹਿਲਾਂ ਵੀ ਉਹਨਾਂ ਨੇ ਬਹੁਤ ਨੁਕਸਾਨ ਝੱਲਿਆ। ਬਿਲਕੁਲ। 50,000 ਤੋਂ ਵੱਧ ਮੌਤਾਂ ਤੇ ਉਸੇ ਰਾਜ 'ਚ ਹੋਈਆਂ। ਹੋਰ ਤਾਂ ਜਿਹੜੇ ਰਾਜਾਂ 'ਚ ਹੋਈਆਂ ਨੇ ਸਭ ਤੋਂ ਵੱਧ, ਉਹ 2 ਰਾਜਾਂ 'ਚ 12,000 ਤੋਂ ਵੱਧ ਨੇ, 3 ਰਾਜਾਂ 'ਚ 10,000 ਤੋਂ ਵੱਧ ਨੇ। ਜੀ। ਪਰ ਮਹਾਰਾਸ਼ਟਰ ਉਹ ਰਾਜ ਆ ਜਿਹਦੇ ਵਿੱਚ 52,000 ਤੋਂ ਵੱਧ ਮੌਤਾਂ ਹੋ ਗਈਆਂ ਤੇ ਫਿਰ ਵੀ ਰੋਕ ਨਹੀਂ ਪਈ। ਜੀ। ਹੁਣ ਤਾਜ਼ਾ ਸਥਿਤੀ ਹੈ ਕਿ ਮਹਾਰਾਸ਼ਟਰ ਸਰਕਾਰ ਨੇ ਇਹ ਆਰਡਰ ਕਰ ਦਿੱਤਾ ਕਿ ਨਾਗਪੁਰ ਦੇ ਵਿੱਚ 15 ਤਰੀਕ ਤੋਂ ਲੈ ਕੇ 20 ਤਰੀਕ ਤੱਕ ਲਾਕਡਾਊਨ ਹੋਊਗਾ। ਜੀ। ਲਾਕਡਾਊਨ ਜੇ 15 ਨੂੰ ਲੱਗਣਾ ਤੇ ਅੱਜ 11 ਨੂੰ ਕੁਝ ਨਾ ਕੁਝ ਪਾਬੰਦੀਆਂ ਉੱਥੇ ਲਾਗੂ ਹੋ ਜਾਣੀਆਂ। ਸਾਡੇ ਵੀ ਇੱਥੇ ਬਹੁਤ ਸਾਰੇ ਲੋਕ ਆ ਜਿਹੜੇ ਅਜੇ ਤੱਕ ਮਾਸਕ ਲਾਉਣ ਨੂੰ ਤਿਆਰ ਨਹੀਂ। ਬਿਲਕੁਲ। ਅਸੀਂ ਵੇਖਿਆ ਇਹ ਆ ਕਿ ਜਿੱਦਾਂ ਸਾਡੇ ਲੋਕਾਂ ਦੀ ਇਹ ਆਦਤ ਹੈ ਨਾ, ਬੜੇ ਮਾਣ ਨਾਲ ਦੱਸਦੇ ਆ, ਮੈਂ ਨਹੀਂ ਕਦੇ ਵੀ ਲਾਲ ਬੱਤੀ ਤੇ ਗੱਡੀ ਰੋਕੀ, ਆਪਾਂ ਤਾਂ ਲੈ ਜਾਣਾ, ਧੱਕ ਕੇ ਵੇਖੀ ਜਾਊ ਜੀ ਹੋ। ਜੀ। ਮੂਰਖਤਾ ਇੱਦਾਂ ਕਰਦੇ ਕਰਦੇ ਕਈ ਲੋਕ ਮਰਦੇ। ਉਸੇ ਤਰ੍ਹਾਂ ਕਰੋਨਾ ਵਾਇਰਸ ਨੂੰ ਅਜੇ ਤੱਕ ਬਹੁਤ ਸਾਰੇ ਲੋਕ ਸੀਰੀਅਸਲੀ ਨਹੀਂ ਲੈ ਰਹੇ। ਭੀੜ ਵਿੱਚ ਫਿਰਦੇ ਨੇ। ਜੀ। ਸ਼ਹਿਰਾਂ ਦੇ ਵਿੱਚ, ਉਹਨਾਂ ਸ਼ਹਿਰਾਂ 'ਚ ਜਿੱਥੇ ਬਿਮਾਰੀ ਕਾਫੀ ਹੈ, ਜਿੱਥੇ ਨਾਈਟ ਕਰਫਿਊ ਲੱਗਾ। ਜੀ। ਪਰ ਨਾ ਅਜੇ ਕਰੋਨਾ ਵਾਇਰਸ ਦਾ ਟੀਕਾ ਲਵਾਉਣ ਨੂੰ ਤਿਆਰ ਨੇ ਤੇ ਨਾ ਉਹ ਲੋਕ ਮਾਸਕ ਲਾਉਣ ਨੂੰ ਤਿਆਰ ਨੇ। ਪੁਲਿਸ ਵਾਲੇ ਕਹਿੰਦੇ ਆ ਤੇ ਕਹਿੰਦੇ ਅੱਛਾ ਲਾ ਲਾਂਗੇ ਜੀ, ਕੋਈ ਗੱਲ ਨਹੀਂ, ਅੱਗੇ ਲੰਘ ਕੇ ਫਿਰ ਨਹੀਂ ਲਾਉਂਦੇ। ਜੀ। ਇਹ ਆਦਤਾਂ ਛੱਡਣੀਆਂ ਪੈਣਗੀਆਂ, ਨਾ ਛੱਡੀਆਂ ਅਸੀਂ ਭੁਗਤਾਂਗੇ। ਜਿੱਥੇ ਜਦੋਂ ਵੀ ਕਿਸੇ ਨੂੰ ਮੌਕਾ ਮਿਲੇ ਕਰੋਨਾ ਵੈਕਸੀਨ ਜਿਹੜੀ ਆ ਉਹ ਲਵਾ ਲੈਣੀ ਚਾਹੀਦੀ ਹੈ। ਜੀ। ਤੇ ਜਿੰਨਾ ਕੁ ਹੋ ਸਕੇ ਬਿਮਾਰੀ ਬਾਰੇ ਜੋ ਕੁਛ ਸਰਕਾਰ ਕਹਿੰਦੀ ਹੈ ਉਹ ਸਾਰੇ ਪ੍ਰਬੰਧਾਂ ਦਾ ਧਿਆਨ ਕਰਨਾ ਚਾਹੀਦਾ। ਪਰ ਸਾਹਿਬ, ਬੰਗਾਲ ਵਾਲੇ ਪਾਸੇ ਚੱਲਦੇ ਆ, ਚੋਣ ਸਰਗਰਮੀਆਂ ਬਿਲਕੁਲ ਸਿਖਰਾਂ ਤੇ ਆ। ਮਮਤਾ ਬੈਨਰਜੀ ਦੇ ਨਾਲ ਜੋ ਘਟਨਾਕ੍ਰਮ ਰਾਤੀ ਵਾਪਰਦਾ, ਹੁਣ ਹਸਪਤਾਲ ਵਿੱਚ ਨੇ, ਕਿਹਾ ਤੇ ਇਹ ਵੀ ਜਾ ਰਿਹਾ ਕਿ ਵੀਲ ਚੇਅਰ ਤੋਂ ਹੀ ਚੋਣ ਪ੍ਰਚਾਰ ਕਰਨਗੇ। ਇਹ ਸਾਰੀਆਂ ਘਟਨਾਵਾਂ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਕਈ ਤਰ੍ਹਾਂ ਦੇ ਦੋਸ਼ ਵੀ ਲੱਗੇ ਜਾ ਰਹੇ ਨੇ। ਹੁਣ ਜਿਹੜੇ ਦੋਸ਼ ਲਾਉਂਦੇ ਆ ਉਹ ਗਲਤ ਲਾਉਂਦੇ ਆ। ਜੀ। ਮਮਤਾ ਬੈਨਰਜੀ ਦੇ ਸੱਟ ਲੱਗੀ ਆ, ਇਹ ਕਹਿੰਦੇ ਆ ਨਾਟਕ ਕਰਦੀ ਆ। ਸਭ ਤੋਂ ਪਹਿਲਾ ਬਿਆਨ ਭਾਜਪਾ ਦੇ ਕੇਂਦਰੀ ਜਨਰਲ ਸੈਕਟਰੀ ਕੈਲਾਸ਼ ਵਿਜੇਵਰਗੀਆ ਦਾ ਆਇਆ। ਜੀ। ਇਹ ਤਾਂ ਨਾਟਕ ਕਰਦੀ। ਫਿਰ ਕਾਂਗਰਸ ਪਾਰਟੀ ਦਾ ਜਿਹੜਾ ਵਿਰੋਧੀ ਧਿਰ 'ਚ ਲੀਡਰ ਹੈ ਅਧੀਰ ਰੰਜਨ, ਉਹਦਾ ਬਿਆਨ ਆ ਗਿਆ, ਨਾਟਕ। ਕੁਝ ਹੋਰਨਾਂ ਨੇ ਕਹਿ ਦਿੱਤਾ, ਜਿਨ੍ਹਾਂ ਨੇ ਵੀ ਕਹੇ। ਜੇ ਮੀਡੀਆ 'ਚ ਉੱਦਾਂ ਆ ਗਏ ਆ ਤੇ ਮਾੜੀ ਗੱਲ ਹੈ, ਤੇ ਜੇ ਸੱਚੀ ਮੁੱਚੀ ਕਹੇ ਆ ਤੇ ਉਦੋਂ ਵੀ ਵੱਧ ਮਾੜੀ ਗੱਲ ਹੈ। ਜੀ। ਮਮਤਾ ਬੈਨਰਜੀ ਨਾਟਕ ਕਰਦੀ, ਕਹਿ ਦਿਓ, ਹੋ ਸਕਦੀ ਆ, ਪਰ ਡਾਕਟਰ ਵੀ ਉੱਥੇ ਨਾਟਕ ਕਰਦੇ ਨੇ। ਐਕਸਰੇ ਮਸ਼ੀਨ ਵੀ ਨਾਟਕ ਕਰਦੀ ਹੈ, ਜਿਹੜੀ ਕਹਿੰਦੀ ਹੈ ਕਿ ਉਹਦੇ ਲੱਤ ਵਿੱਚ ਫ੍ਰੈਕਚਰ ਆਇਆ ਪੈਰ 'ਚ। ਬਿਲਕੁਲ। ਜੇ ਐਕਸਰੇ ਮਸ਼ੀਨ ਵੀ ਨਾਟਕ ਕਰਦੀ ਆ ਤੇ ਫਿਰ ਸਮਝਣਾ ਚਾਹੀਦਾ ਕਿ ਸਾਰੀ ਦੁਨੀਆ ਹੀ ਨਾਟਕ ਕਰਦੀ ਹੈ। ਜੀ। ਕੁਝ ਮਾਮਲਿਆਂ 'ਚ ਹੱਦਾਂ 'ਚ ਰਹਿਣਾ ਚਾਹੀਦਾ। ਅਸੀਂ ਇਹ ਵੇਖਿਆ ਕਿ ਜਿਹੜੇ ਬਹੁਤਾ ਜ਼ਿਆਦਾ ਇਸ ਤਰ੍ਹਾਂ ਭੜਕਦੇ ਹੁੰਦੇ, ਕਿਤੇ ਨਾ ਕਿਤੇ ਕੱਲ੍ਹ ਨੂੰ ਕੀ ਪਤਾ, ਕੱਲ੍ਹ ਨੂੰ ਕਿਤੇ ਨਾ ਕੀ ਵਾਪਰ ਜਾਣੀ। ਜੀ ਬਿਲਕੁਲ। ਸਾਡੇ ਪੰਜਾਬ 'ਚ ਇੱਕ ਵਾਰੀ ਵਾਪਰੀ ਸੀ।
2002 ਦੀਆਂ ਚੋਣਾਂ ਤੋਂ ਪਹਿਲਾਂ ਹੂੰ 2001 ਦੇ ਵਿੱਚ ਇੱਕ ਜਲਸੇ 'ਚ ਬੋਲਦਿਆਂ ਹੋਇਆ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਦੋਂ ਮੁੱਖ ਮੰਤਰੀ ਹੁੰਦੇ ਸਨ। ਜੀ ਇਹਨਾਂ ਨੇ ਬਾਬਾ ਸਰਬਜੋਤ ਸਿੰਘ ਬੇਦੀ ਬਾਰੇ ਇਹ ਆਖਿਆ, ਲੰਗਾ ਜਿਹਾ ਸਾਧ ਇੱਥੇ ਤੁਰਿਆ ਫਿਰਦਾ। ਹੂੰ ਬਾਬਾ ਸਰਬਜੋਤ ਸਿੰਘ ਬੇਦੀ ਗੁਰੂ ਨਾਨਕ ਸਾਹਿਬ ਦੀ ਪੀੜ੍ਹੀ 'ਚੋਂ 14ਵੀਂ ਪੀੜ੍ਹੀ 'ਚੋਂ, ਉਹਨਾਂ ਦੀ ਵੰਸ਼ 'ਚੋਂ। ਜੀ ਇਹਨਾਂ ਨੇ ਆਖਿਆ ਨਹੀਂ ਸੀ ਆਖਣਾ ਚਾਹੀਦਾ। ਇੱਦਾਂ ਕਈ ਲੋਕੀ ਇੱਕ ਦੂਜਿਆਂ ਬਾਰੇ ਕਹਿ ਦਿੰਦੇ ਆ ਪਰ ਚੰਗਾ ਨਹੀਂ ਕਹਿੰਦੇ। ਇੱਕ ਹਫ਼ਤਾ ਲੰਘਿਆ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੈਸਟ ਹਾਊਸ ਵਿੱਚ ਬਾਦਲ ਸਾਹਿਬ ਠਹਿਰੇ ਸੀ। ਸਵੇਰੇ ਉੱਠ ਕੇ ਨਹਾਉਣ ਲੱਗੇ, ਬਾਥਰੂਮ ਤਿਲਕ ਕੇ ਡਿੱਗ ਪਏ, ਚੂਲਾ ਟੁੱਟ ਗਿਆ। ਇਹਨਾਂ ਨੂੰ 2002 ਦੀ ਸਾਰੀ ਚੋਣ ਜਿਹੜੀ ਆ ਉਸ ਗੱਡੀ ਦੇ ਉੱਤੇ ਬਹਿ ਕੇ ਲੜਨੀ ਜਿਹੜੀ ਗੱਡੀ ਦੇ ਵਿੱਚ ਇਹਨਾਂ ਨੇ ਇੱਕ ਹਾਈਡ੍ਰੋਲਿਕ ਕੁਰਸੀ ਲਾਈ ਸੀ, ਉਹ ਲਿਫਟ ਨਾਲ ਉੱਤੇ ਆਉਂਦੀ ਸੀ। ਕੁਰਸੀ ਦੇ ਉੱਤੇ ਬੈਠੇ ਬੈਠੇ ਲੋਕਾਂ ਨੂੰ ਸੰਬੋਧਨ ਕਰਦੇ ਸੀ। ਜੀ ਫਿਰ ਬਟਨ ਦੱਬਦੇ ਉਹ ਕੁਰਸੀ ਵਿੱਚ ਚਲ ਜਾਂਦੀ ਸੀ, ਉਹ ਗੱਡੀ ਅਗਲੇ ਸ਼ਹਿਰ ਜਾਂਦੀ ਸੀ। ਇੱਦਾਂ ਦੇ ਹਾਲਾਤ ਕੱਲ੍ਹ ਨੂੰ ਕਿਸੇ ਨਾਲ ਵੀ ਸਾਹਮਣੇ ਆ ਸਕਦੇ। ਤੁਸੀਂ ਚੋਣਾਂ 'ਚ ਸਿਆਸੀ ਲੜਾਈ ਲੜੋ, ਕਿਉਂ ਉੱਦਾਂ ਦੀਆਂ ਲੜਾਈਆਂ ਲੜਦੇ? ਉਦੋਂ ਕਾਂਗਰਸੀਆਂ ਨੇ ਬਾਦਲ ਸਾਹਿਬ ਦੀ ਸੱਟ ਦਾ ਵੀ ਮੁੱਢਲੇ ਪੜਾਅ 'ਤੇ ਮਜ਼ਾਕ ਉਡਾਇਆ ਸੀ ਅਤੇ ਅਸੀਂ ਕਹਿੰਦੇ ਸਾਂ, ਕਾਂਗਰਸੀਓ ਕੱਲ੍ਹ ਨੂੰ ਤੁਹਾਨੂੰ ਵੀ ਕਿਤੇ ਸੱਟ ਪੈ ਸਕਦੀ, ਇੱਦਾਂ ਨਾ ਕਰੋ ਜੀ, ਇਹ ਚੰਗਾ ਨਹੀਂ ਲੱਗਦਾ। ਬਾਦਲ ਸਾਹਿਬ ਬਿਮਾਰ ਸਨ, ਇਹ ਹਸਪਤਾਲ ਗਏ ਸੀ, ਅਮਰੀਕਾ ਭੇਜਤਾ ਇਲਾਜ ਕਰਨ ਵਾਸਤੇ। ਇੱਥੇ ਪੰਜਾਬ ਦੇ ਵਿੱਚ ਇੱਕ ਲੀਡਰ ਨੇ ਆਖਿਆ ਸੀ ਚਲਾ ਗਿਆ, ਹੁਣ ਤਾਂ ਬਾਦਲ ਉੱਥੋਂ ਬਕਸੇ 'ਚ ਬੰਦ ਹੋ ਕੇ ਆਊ। ਜੀ ਬਾਦਲ ਸਹੀ ਸਲਾਮਤ ਆ ਗਿਆ, ਜਿਹੜੇ ਲੀਡਰ ਨੇ ਆਖਿਆ ਸੀ ਉਹ ਤੁਰ ਗਿਆ। ਜੀ ਹੁਣ ਕੀ ਕੀਤਾ ਜਾ ਸਕਦਾ? ਮਮਤਾ ਬੈਨਰਜੀ ਦੇ ਖਿਲਾਫ ਸਿਆਸੀ ਲੜਾਈ ਸਿਆਸੀ ਪੱਖ ਤੋਂ ਲੜਨੀ ਚਾਹੀਦੀ। ਆਹ ਜਿਹੜੀਆਂ ਗੱਲਾਂ ਹੋ ਰਹੀਆਂ ਇਹ ਠੀਕ ਨਹੀਂ। ਸਿਆਸਤ ਦੇ ਵਿੱਚ ਪਹਿਲੀ ਸੱਟ ਤੁਹਾਨੂੰ ਇਹੋ ਲੱਗ ਗਈ ਕਿ ਹੁਣ ਅੱਗੇ ਜਿੰਨੀ ਸਰਗਰਮੀ ਨਹੀਂ ਕਰ ਸਕੂਗੀ। ਜੀ ਬਿਲਕੁਲ। ਵੀਲ ਚੇਅਰ 'ਤੇ ਹੋਵੇ ਜਦੋਂ, ਤੇ ਉਸ ਤਰ੍ਹਾਂ ਭੱਜ ਕੇ ਨਾ ਸਟੇਜਾਂ 'ਤੇ ਚੜ੍ਹ ਸਕਦੀ ਹੈ, ਨਾ ਫਟਾਫਟ ਕਾਰ 'ਚ ਬਹਿ ਸਕਦੀ ਹੈ। ਉਹਦੇ ਪ੍ਰੋਗਰਾਮ ਉਹਨੂੰ ਛੋਟੇ ਵੀ ਕਰਨੇ ਪੈਣਗੇ। ਇਸ ਸਿਆਸੀ ਲੜਾਈ 'ਚ ਇਸ ਤਰ੍ਹਾਂ ਦੀ ਜਿਹੜੀ ਨਿੱਜੀ ਤੋਹਮਤਬਾਜ਼ੀ ਉਹ ਚੰਗਾ ਨਹੀਂ। ਪਰ ਸਾਹਿਬ ਇੱਕ ਗੱਲ ਹੋਰ ਸਮਝਾਓ ਕਿ ਹੁਣ ਜਿਸ ਤਰ੍ਹਾਂ ਦਲ ਬਦਲੀਆਂ ਦਾ ਸਿਲਸਿਲਾ ਵੀ ਚੱਲ ਰਿਹਾ ਹੈ, ਉਹਦਾ ਪ੍ਰਭਾਵ ਕਿਹੜੀ ਪਾਰਟੀ ਤੇ ਸਭ ਤੋਂ ਜ਼ਿਆਦਾ ਪੈ ਸਕਦਾ? ਵੈਸੇ TMC ਦੇ ਕਈ ਬੰਦੇ ਛੱਡ ਕੇ ਚਲੇ ਗਏ ਆ। TMC ਦੇ ਕੱਲ੍ਹ 5 ਹੋਰ ਚਲੇ ਗਏ। ਜੀ ਇਸ ਵੇਲੇ ਤੁਸੀਂ ਪੱਛਮੀ ਬੰਗਾਲ ਦੀ ਵਿਧਾਨ ਸਭਾ ਦੀ ਲਿਸਟ ਪੜ੍ਹੋ, ਜੀ ਉਹਦੇ ਵਿੱਚ TMC ਤ੍ਰਿਣਮੂਲ ਕਾਂਗਰਸ ਜਿਹੜੀ ਮਮਤਾ ਬੈਨਰਜੀ ਆ, ਉਹਦੇ 202 ਮੈਂਬਰ ਨੇ। ਜੀ ਜਦੋਂ ਇਹ ਜਿੱਤੀ ਸੀ ਤੇ ਇਹਨੇ ਸਰਕਾਰ ਬਣਾਈ ਸੀ, ਉਦੋਂ ਤੇ 212 ਹੁੰਦੇ ਸੀ, 10 ਘਟ ਗਏ। ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਆ, ਇਹਦੇ 3 ਜਿੱਤੇ ਸੀ, ਜੀ ਇਸ ਵੇਲੇ 34 ਨੇ, ਬਾਕੀ 31 ਕਿੱਥੋਂ ਆਏ? ਹੂੰ ਉਹਨਾਂ 'ਚੋਂ ਬਹੁਤੇ ਤ੍ਰਿਣਮੂਲ ਕਾਂਗਰਸ ਤੋਂ ਤੋੜੇ ਆ, ਜੀ ਕੁਝ ਕਾਂਗਰਸ ਤੋਂ ਵੀ ਤੋੜੇ ਆ, ਇੱਕ ਅੱਧਾ ਖੱਬੇ ਪੱਖੀਆਂ 'ਚੋਂ ਵੀ ਤੋੜਿਆ। ਪਰ ਜੇ ਇੰਨੇ ਬੰਦੇ ਤ੍ਰਿਣਮੂਲ 'ਚੋਂ ਜਾ ਕੇ ਫਿਰ ਵੀ ਤ੍ਰਿਣਮੂਲ ਦੇ 202 ਰਹਿ ਗਏ ਨੇ, 212 'ਚੋਂ ਸਿਰਫ 10 ਹੀ ਘਟੇ ਆ। ਜੀ ਤੇ ਉਹਦਾ ਕਾਰਨ ਇਹ ਆ ਕਿ ਪਿਛਲੀਆਂ 5 ਸਾਲਾਂ ਦੇ ਦੌਰਾਨ ਮਮਤਾ ਬੈਨਰਜੀ ਨੇ ਵੀ ਕਈ ਕਾਂਗਰਸੀ ਤੋੜ ਕੇ ਆਪਣੇ 'ਚ ਰਲਾਏ ਸੀ। ਜੀ ਕਈ ਉਹਨਾਂ ਨੇ ਖੱਬੇ ਪੱਖੀਆਂ ਦੇ ਫਾਰਵਰਡ ਬਲਾਕ ਦੇ CPM ਦੇ ਬੰਦੇ ਤੋੜ ਕੇ ਆਪਣੇ 'ਚ ਰਲਾਏ ਸੀ। ਉਹ ਦੂਜਿਆਂ ਦੇ ਤੋੜਦੇ ਰਹੀ, ਉਹਦੇ ਭਾਜਪਾ ਵਾਲੇ ਤੋੜਦੇ ਰਹੇ। ਆ ਸਾਡੇ ਪੰਜਾਬ 'ਚ 6-7 ਜਾਣੇ ਆ ਜਿਨ੍ਹਾਂ ਦਲ ਬਦਲੀ ਕੀਤੀ ਹੈ ਤੇ ਅਜੇ ਮੁੜ ਕੇ ਸਪੀਕਰ ਸਾਹਿਬ ਪੇਸ਼ੀਆਂ ਪਾਉਂਦੇ ਆ। ਖਹਿਰਾ ਸਾਹਿਬ ਆਓ, ਮਾਨਸੇ ਜੀ ਆਓ, ਬਲਦੇਵ ਸਿੰਘ ਜੈਤੋ ਹਾਜ਼ਰ ਹੋ। ਇਹਨੇ ਕੀ ਆ ਨਾ 5-7 ਹੀ ਨੇ। ਉੱਥੇ ਪੱਛਮੀ ਬੰਗਾਲ ਦੇ ਵਿੱਚ ਘੱਟੋ ਘੱਟ 40 ਬੰਦੇ ਇਹੋ ਜਿਹੇ ਆ ਜਿਨ੍ਹਾਂ ਨੇ ਦਲ ਬਦਲੀਆਂ ਕੀਤੀਆਂ ਨਾ 5 ਸਾਲਾਂ 'ਚ। ਜੀ ਇੱਕ ਬੰਦਾ ਇਹੋ ਜਿਹਾ ਸੀ ਜਿਹੜਾ ਖੱਬਿਆਂ ਵੱਲੋਂ ਜਿੱਤਿਆ, ਤ੍ਰਿਣਮੂਲ 'ਚ ਗਿਆ, ਤ੍ਰਿਣਮੂਲ ਨੂੰ ਛੱਡ ਕੇ ਭਾਜਪਾ 'ਚ ਗਿਆ, ਭਾਜਪਾ 'ਚੋਂ ਪਿਛਲੇ ਸਾਲ ਫਿਰ ਤ੍ਰਿਣਮੂਲ 'ਚ ਆ ਗਿਆ। 5 ਸਾਲਾਂ 'ਚ 3 ਉਲਟਬਾਜ਼ੀਆਂ ਲਾ ਗਿਆ। ਉੱਥੇ ਕੋਈ ਮੰਗ ਹੀ ਨਹੀਂ ਕਰਦਾ ਕਿ ਦਲ ਬਦਲੀ ਕਾਨੂੰਨ ਲਾਗੂ ਕਰੋ, ਕਿਉਂਕਿ ਸਾਰੇ ਇਹੋ ਕੰਮ ਕਰੀ ਜਾਂਦੇ ਨੇ। ਜੀ ਤੇ ਜੇ ਇਹੋ ਕੁਝ ਕਰੀ ਜਾਣਾ ਤੇ ਦਲ ਬਦਲੀ ਕਾਨੂੰਨ ਬਣਾਇਆ ਕਦ ਲਈ ਆ? ਇਹਦੇ ਉੱਤੇ ਕਾਂਟਾ ਮਾਰ ਦਿਓ, ਬੰਦ ਕਰ ਦਿਓ। ਜੀ ਜਿਹੜੀ ਪਾਰਟੀ ਤਗੜੀ ਆ, ਉਹ ਸਾਡੇ ਪਹਿਲਾਂ ਬਾਬੇ ਕਹਿੰਦੇ ਹੁੰਦੇ ਸੀ, ਵੱਡੀ ਮੱਛੀ ਛੋਟੀਆਂ ਨੂੰ ਹੜੱਪ ਕਰੀ ਜਾਂਦੀ ਹੈ ਤੇ ਛੋਟੀਆਂ ਜਿਹੜੀਆਂ ਉਹ ਪੂੰਗ ਚੱਬੀ ਜਾਂਦੀਆਂ। ਪੂੰਗ ਬਹੁਤ ਪਤਲਾ ਜਿਹਾ, ਛੋਟੇ ਛੋਟੇ। ਬਿਲਕੁਲ। ਇੱਥੇ ਪੱਛਮੀ ਬੰਗਾਲ ਦੇ ਵਿੱਚ ਵੀ ਵੱਡੀ ਮੱਛੀ ਇਸ ਵੇਲੇ ਭਾਜਪਾ ਬਣ ਗਈ ਹੈ, ਕਿਉਂਕਿ ਕੇਂਦਰ ਸਰਕਾਰ ਉਹਦੀ ਪਿੱਠ ਤੇ ਆ। ਉਹ ਛੋਟੀਆਂ ਮੱਛੀਆਂ ਨੂੰ ਦੱਬ ਰਹੀ, ਚੱਬ ਰਹੀ। ਛੋਟੀਆਂ ਮੱਛੀਆਂ ਅੱਗੋਂ ਪੂੰਗ ਚੁਣਦੀਆਂ ਪਈਆਂ। ਜੀ ਆ ਥੋੜ੍ਹੀ ਦੇਰ ਪਹਿਲਾਂ ਮੈਂ ਅੱਜ ਦਾ ਡਾਟਾ ਵੇਖਦਾ ਹਟਿਆ, 2016 ਤੋਂ ਲੈ ਕੇ 2020 ਮੁੱਕਣ ਤੱਕ ਇਹਨਾਂ 5 ਸਾਲਾਂ ਦੇ ਦੌਰਾਨ ਕਾਂਗਰਸ ਪਾਰਟੀ ਦੇ ਕੁੱਲ ਮਿਲਾ ਕੇ 170 MLA ਜਿਹੜੇ ਆ, ਜੀ ਇਹਨੂੰ ਛੱਡ ਕੇ ਦੂਜੀਆਂ ਪਾਰਟੀਆਂ 'ਚ ਗਏ।
170 ਕਿਹੜੇ ਆ? 16 ਤੇ ਕਰਨਾਟਕਾ 'ਚ ਚਲੇ ਗਏ। 32 33 ਜੋਤਿਰਾਦਿੱਤਿਆ ਸਿੰਧੀਆ ਲੈ ਗਿਆ। ਬਿਲਕੁਲ 50 ਤੇ ਇਹੋ ਹੀ ਬਣ ਗਏ। 10-12 ਤ੍ਰਿਣਮੂਲ ਚੱਬ ਗਈ। ਅੱਡ-ਅੱਡ ਸੂਬਿਆਂ 'ਚ ਕੁੱਲ ਮਿਲਾ ਕੇ 50 ਸਾਲਾਂ 'ਚ ਕਾਂਗਰਸ ਪਾਰਟੀ ਦੀ 170 ਬੰਦੇ ਛੱਡ ਗਏ। ਜੀ। ਅੱਗੇ ਤੋਂ ਕਾਂਗਰਸ ਪਾਰਟੀ ਨੂੰ ਵੇਖਣਾ ਚਾਹੀਦਾ, ਜਿਨ੍ਹਾਂ ਨੂੰ ਟਿਕਟਾਂ ਦਿੰਦੀ ਪਈ ਉਹ ਕਿਤੇ ਵਿਕਾਊ ਮਾਲ ਤਾਂ ਨਹੀਂ, ਹੂੰ ਇਹੋ ਜਿਹੇ ਕਬੂਤਰ ਤਾਂ ਨਹੀਂ ਜਿਹਦੇ ਚਬਾਰੇ ਤੇ ਦਾਣਾ ਦਿਸਿਆ ਉਸੇ ਦੇ ਚਬਾਰੇ ਤੇ ਜਾ ਕੇ ਬਹਿ ਜਾਂਦੇ। ਇਹ ਕੁਝ ਬੰਦੇ ਇਹੋ ਜਿਹੇ ਜਿਹੜੇ ਕੁਰਸੀਆਂ ਦੀ ਝਾਕ 'ਚ ਨੇ। ਆ ਹੁਣ ਕੱਲ ਉੱਤਰਾਖੰਡ ਦੇ ਵਿੱਚ ਮੁੱਖ ਮੰਤਰੀ ਬਣਿਆ ਤੀਰਥ ਸਿੰਘ ਰਾਵਤ। ਜੀ। ਇਹ ਤੀਰਥ ਸਿੰਘ ਰਾਵਤ ਨੂੰ 2017 ਦੀਆਂ ਚੋਣਾਂ 'ਚ ਭਾਜਪਾ ਨੇ ਟਿਕਟ ਨਹੀਂ ਸੀ ਦਿੱਤੀ। 2 ਵਾਰੀ ਜਿੱਥੋਂ ਜਿੱਤਿਆ ਸੀ ਇਹਦੀ ਸੀਟ ਖੋਹ ਕੇ ਰਾਤੋਂ ਰਾਤ ਦਲ ਬਦਲੀ ਕਰਕੇ ਕਾਂਗਰਸ ਵਿੱਚੋਂ ਆਏ ਸਤਪਾਲ ਮਹਾਰਾਜ ਨੂੰ ਦੇ ਦਿੱਤੀ ਸੀ। ਜੀ। ਭਾਜਪਾ ਨੇ ਉੱਥੇ ਵੀ ਇੱਦਾਂ ਕੀਤਾ। ਉੱਥੇ 10-12 ਜਣੇ ਤੋੜਦੇ ਸਨ ਕਾਂਗਰਸ ਦੇ, ਅੱਡ-ਅੱਡ ਥਾਵਾਂ ਤੇ ਤੋੜੇ ਨੇ। ਜੇ ਜਨਤਾ ਦਲ ਯੂ ਦੇ ਬੰਦੇ ਤੋੜੇ ਆ ਉਹ ਵੀ ਭਾਜਪਾ ਨੇ ਤੋੜੇ ਆ। ਅਰੁਣਾਚਲ ਪ੍ਰਦੇਸ਼ 'ਚ ਉੱਧਰ ਨਾਰਥ ਈਸਟ ਵਿੱਚ ਤੋੜੇ ਨੇ। ਜੀ। ਇਹਦਾ ਮਤਲਬ ਇਹ ਕਿ ਜਿਹੜਾ ਦਲ ਬਦਲੀ ਕਾਨੂੰਨ ਕਿਸੇ ਵਕਤ ਇਹ ਸੋਚ ਕੇ ਬਣਾਇਆ ਗਿਆ ਸੀ ਕਿ ਇਸ ਦੇਸ਼ ਦੇ ਵਿੱਚ ਗੰਦ ਖਤਮ ਕਰ ਦੇਗਾ ਦਲ ਬਦਲੀ ਦਾ, ਉਹ ਤਾਂ ਕਿਤੇ ਰਿਹਾ ਹੀ ਨਹੀਂ। ਸਾਡੇ ਇੱਥੇ ਇੱਕ ਬਹੁਤ ਵਧੀਆ ਕਾਰਟੂਨਿਸਟ ਹੁੰਦਾ ਸੀ ਰੰਗਾ। ਜੀ। ਉਹਨੇ ਇੱਕ ਵਾਰੀ ਸਕੈਚ ਬਣਾਇਆ ਸੀ ਕਿ ਇੱਕ ਬੰਦਾ ਚੋਣ ਵਿੱਚ ਜਿੱਤ ਗਿਆ, ਉਹਦਾ ਇੱਕ ਬਹੁਤ ਸਮਰਥਕ, ਬਹੁਤਾ ਕਾਹਲਾ ਉਤਸ਼ਾਹੀ ਨੌਜਵਾਨ ਭੱਜਾ ਗਿਆ, ਜਾ ਕੇ ਉਹਨੇ ਆਪਣੇ ਜਿਹੜੇ MP ਸਾਹਿਬ ਸੀ ਉਹਨਾਂ ਨੂੰ ਵਧਾਈ ਦਿੱਤੀ ਤੇ ਮੁੜ ਕੇ ਭੱਜ ਕੇ ਹੱਥ ਮਿਲਾ ਕੇ ਉਹਨਾਂ ਨੂੰ ਜੱਫੀ ਪਾਉਣ ਲੱਗਾ। ਤੇ ਵਹਿੰਦਾ ਕੀ ਆ ਜੀ ਕਿ MP ਸਾਹਿਬ ਦਾ ਕੁੜਤਾ ਉਹਦੀਆਂ ਬਾਹਾਂ 'ਚ ਰਹਿ ਗਿਆ ਤੇ MP ਸਾਹਿਬ ਦੂਸਰੀ ਪਾਰਟੀ 'ਚ ਜਾ ਕੇ ਸ਼ਾਮਲ ਹੋ ਗਏ। ਇੱਥੇ ਇਹੋ ਜਿਹੇ ਮੌਕੇ ਵੀ ਆਏ ਆ ਕਿ ਬੰਦਾ ਜਿੱਤ ਕੇ ਹੋਰ ਪਾਰਟੀ ਵੱਲੋਂ ਗਿਆ ਤੇ ਅੰਦਰ ਜਾ ਕੇ ਸਹੁੰ ਚੁੱਕਣ ਤੋਂ ਪਹਿਲਾਂ ਹੋਰ ਪਾਰਟੀ 'ਚ ਸ਼ਾਮਲ ਹੋ ਗਿਆ। ਇਹ ਜਿਹੜਾ ਇੰਨਾ ਜਲੂਸ ਕੱਢਿਆ ਪਿਆ ਰਾਜਨੀਤੀ ਦਾ, ਇੱਥੇ ਕਿਤੇ ਨਾ ਕਿਤੇ ਰੋਕ ਲੱਗਣੀ ਚਾਹੀਦੀ ਹੈ। ਹੈਰਾਨੀ ਵਾਲੀ ਗੱਲ ਹੈ, ਨਾ ਚੋਣ ਕਮਿਸ਼ਨ ਕੁਝ ਕਰਦਾ, ਜੀ, ਨਾ ਕੋਰਟ ਇਹੋ ਜਿਹੇ ਮਾਮਲਿਆਂ ਤੇ ਸਖਤੀਆਂ ਕਰਦੀਆਂ, ਤੇ ਸਪੀਕਰ ਤੇ ਹਰ ਥਾਂ ਰੂਲਿੰਗ ਪਾਰਟੀ ਨਾਲ ਡਲੇ ਹੋਏ ਨੇ। ਬਿਲਕੁਲ ਪੂਰੀ ਤਰ੍ਹਾਂ ਰਲੇ। ਕਿਸਾਨਾਂ ਨੇ ਵੀ ਤਿਆਰੀ ਕਰ ਲਈ ਹੈ ਹੁਣ ਵੱਖ-ਵੱਖ ਸੂਬਿਆਂ ਵਿੱਚ ਜਾਣ ਦੀ, ਕਿਉਂਕਿ ਚੋਣ ਪ੍ਰਚਾਰ ਆ ਉੱਥੇ ਹੋ ਰਿਹਾ, ਸਰਗਰਮੀਆਂ ਤੇਜ਼ ਹੋ ਗਈਆਂ ਨੇ। ਜਿਸ ਤਰ੍ਹਾਂ ਹੁਣ ਕਿਸਾਨ ਉਹਨਾਂ ਸੂਬਿਆਂ ਵਿੱਚ ਜਾਣਗੇ, ਕਿਹਨਾਂ ਪਾਰਟੀਆਂ ਨੂੰ ਜ਼ਿਆਦਾ ਨੁਕਸਾਨ ਤੇ ਕਿਹਨਾਂ ਤੇ ਜ਼ਿਆਦਾ ਕੀ ਪ੍ਰਭਾਵ ਪੈ ਸਕਦਾ? ਕਿਸਾਨਾਂ ਦਾ ਇੱਕ ਨਿਕਾਤੀ ਏਜੰਡਾ ਜੀ ਕਿ ਜਿੱਥੇ-ਜਿੱਥੇ ਚੋਣਾਂ ਹੁੰਦੀਆਂ ਪਈਆਂ ਉਹਨਾਂ ਸੂਬਿਆਂ 'ਚ ਜਾਵਾਂਗੇ, ਕਿਸਾਨਾਂ ਨੂੰ ਇਕੱਠੇ ਕਰਕੇ ਸਿਰਫ ਤੇ ਸਿਰਫ ਇੱਕੋ ਗੱਲ ਕਵਾਂਗੇ, ਜਿੱਥੇ-ਜਿੱਥੇ ਭਾਜਪਾ ਦੀਆਂ ਸਰਕਾਰਾਂ ਆਈਆਂ ਜੀ, ਇਹਨਾਂ ਨੇ ਕਿਸਾਨਾਂ ਦਾ ਕਚੂੰਬਰ ਕੱਢਿਆ ਜਾਂਦਾ, ਤੁਹਾਡੇ ਤੋਂ ਬਚਿਆ ਜਾਂਦਾ ਤੇ ਬਚ ਜਾਓ। ਇਹ ਦੱਸਿਆ ਜਾਊਗਾ ਯੂਪੀ ਦੇ ਕਿਸਾਨ ਨਾਲ ਕੀ ਕੀਤਾ, ਹਰਿਆਣੇ ਦੇ ਨਾਲ ਕੀ ਕੀਤਾ, ਰਾਜਸਥਾਨ ਦੇ ਨਾਲ ਕੀ ਕੀਤਾ, ਖੁਦ ਗੁਜਰਾਤ ਵਾਲਿਆਂ ਨਾਲ ਕੀ ਕੀਤਾ ਤੇ ਪੰਜਾਬ ਵਾਲਿਆਂ ਨਾਲ ਕੀ ਹੁੰਦਾ ਪਿਆ। ਫਿਰ ਇਹ ਦੱਸਿਆ ਜਾਵੇਗਾ ਕਿ ਭਾਰਤੀ ਜਨਤਾ ਪਾਰਟੀ ਨੇ 3 ਨਵੇਂ ਕਾਨੂੰਨ ਬਣਾਏ ਆ, ਉਹਨਾਂ 3 ਨਵੇਂ ਕਾਨੂੰਨਾਂ ਦੇ ਮੁਤਾਬਕ ਆ ਹੋ ਜਾਣਾ ਤੇ ਫਿਰ ਸਾਡੇ ਪੱਲੇ ਕੱਖ ਨਹੀਂ ਰਹਿ ਜਾਣਾ। ਜਦੋਂ ਆ ਹੋ ਗਿਆ ਤੇ ਬਾਕੀ ਫਿਰ ਫਾਹ ਰਹਿ ਜਾਏਗਾ ਜਿਹੜਾ ਅਸੀਂ ਗੱਲ 'ਚ ਪਾ ਲਾਂਗੇ। ਬਿਲਕੁਲ। ਉਹ ਹੁਣ ਪਹਿਲਾਂ ਤੇ ਉਹਨਾਂ ਦਾ ਫੈਸਲਾ ਸੀ ਕਿ ਅਸੀਂ ਜਾਵਾਂਗੇ 5 ਸੂਬਿਆਂ 'ਚ, ਹੁਣ ਫੈਸਲੇ ਤੋਂ ਅੱਗੇ ਅਮਲ ਦਾ ਦੌਰ ਸ਼ੁਰੂ ਹੋ ਗਿਆ। ਜੀ। ਅੱਜ ਸਵੇਰੇ ਪਤਾ ਲੱਗਾ ਕਿ ਵੱਖ-ਵੱਖ ਸੂਬਿਆਂ ਨੂੰ ਇਹਨਾਂ ਨੇ ਟੀਮਾਂ ਭੇਜਣੀਆਂ ਸ਼ੁਰੂ ਕਰਤੀਆਂ, ਜਿਹੜੀਆਂ ਅਗਲਿਆਂ ਦਿਨਾਂ 'ਚ ਉੱਥੇ ਜਾ ਕੇ ਪ੍ਰਚਾਰ ਕਰਨਗੀਆਂ। ਜੀ। ਤੇ ਪ੍ਰਚਾਰ ਇਹ ਨਹੀਂ ਕਰਨਗੀਆਂ ਕਿ ਫਲਾਨੀ ਪਾਰਟੀ ਬੜੀ ਚੰਗੀ ਆ ਤੇ ਅਸੀਂ ਕਿਸਾਨਾਂ ਨੂੰ ਸੱਦਾ ਦਿੰਦੇ ਹਾਂ ਕਿ ਤੁਸੀਂ ਉਸ ਪਾਰਟੀ ਨੂੰ ਵੋਟਾਂ ਪਾਓ। ਇਹ ਨਹੀਂ ਜੀ, ਕਹਿਣਗੇ ਭਾਜਪਾ ਨੂੰ ਨਾ ਪਾਓ ਕਿਉਂਕਿ ਇਹ ਕਿਸਾਨਾਂ ਦਾ ਬਹੁਤ ਨੁਕਸਾਨ ਕਰਦੀ ਹੈ। ਤੇ ਅਗਲੀ ਗੱਲ ਇਹ ਕਿ ਤੁਸੀਂ ਪਾਇਓ ਜਿਹਨੂੰ ਮਰਜ਼ੀ, ਇਹ ਸੋਚ ਕੇ ਪਾਇਓ ਕਿ ਉਸ ਬੰਦੇ ਨੂੰ ਪਾਉਣੀ ਆ ਜਿਹੜਾ ਭਾਜਪਾ ਦੇ ਉਮੀਦਵਾਰ ਨੂੰ ਹਰਾਉਣ ਜੋਗਾ ਹੋਵੇ। ਐਵੇਂ ਕਿਤੇ ਪਾ ਕੇ ਆਪਣੀ ਵੋਟ ਖੂਚ ਨਾ ਪਾਇਓ। ਜੀ। ਸਾਰਾ ਜ਼ੋਰ ਇਸ ਗੱਲ ਤੇ ਲਾ ਦਿਓ ਕਿ ਭਾਜਪਾ ਨੂੰ ਹਰਾਉਣਾ। ਹੁਣ ਜਦੋਂ ਇਹ ਉੱਥੇ ਜਾ ਕੇ ਜ਼ੋਰ ਪਾਉਣਗੇ, ਭਾਜਪਾ ਨੂੰ ਲੱਗਦਾ ਕਿ ਇਹ ਸਾਡਾ ਬਹੁਤਾ ਨਹੀਂ ਵਿਗਾੜ ਸਕਣਗੇ। ਜੀ। ਇਹ ਭਾਜਪਾ ਦਾ ਵਹਿਮ ਹੈ। ਕਈ ਵਾਰੀ ਜਿਹੜੇ ਛੋਟੀਆਂ ਆਵਾਜ਼ਾਂ ਜਦੋਂ ਉੱਠਣ ਤੇ ਹੌਲੀ-ਹੌਲੀ ਲਹਿਰ ਬਣ ਜਾਂਦੀਆਂ ਹੁੰਦੀਆਂ। ਬਿਲਕੁਲ। ਜੇ ਲਹਿਰ ਬਣ ਗਈ ਤੇ ਭਾਜਪਾ ਨੂੰ ਦਿਨੇ ਉਤਾਰੇ ਵਿਖਾ ਦਿਓ ਕਿ ਅਜੇ ਤੱਕ ਭਾਜਪਾ ਵਾਲੇ 7ਵੇਂ ਅਸਮਾਨ ਤੇ ਘੁੰਮਦੇ ਪਏ, ਅਸੀਂ ਕਿਸੇ ਦੀ ਕੋਈ ਪਰਵਾਹ ਨਹੀਂ ਕਰਦੇ, ਅਸੀਂ ਬਹੁਤ ਜ਼ੋਰਾਵਰ ਆ, ਸਾਡੇ ਸਾਹਮਣੇ ਕੋਈ ਟਿਕ ਨਹੀਂ ਸਕਦਾ। ਪਰ ਜਦੋਂ ਲਹਿਰਾਂ ਉੱਠਦੀਆਂ ਹੁੰਦੀਆਂ, ਇੱਥੇ ਵੱਡੇ ਜਿਹੜੇ ਉਹ ਧੜਵੈਲ ਡਿੱਗ ਪੈਂਦੇ ਹੁੰਦੇ ਆ। ਇੰਦਰਾ ਗਾਂਧੀ ਨੂੰ ਤੇ ਸਾਰੀ ਦੁਨੀਆ ਆਇਰਨ ਲੇਡੀ ਕਹਿੰਦੀ ਸੀ ਭਾਰਤ ਦੀ। ਜੀ। 2 ਹੀ ਆਇਰਨ ਲੇਡੀ ਸੀ, ਇੱਕ ਇੰਗਲੈਂਡ ਦੇ ਵਿੱਚ ਹੁੰਦੀ ਸੀ ਮਾਰਗਰੇਟ ਥੈਚਰ ਤੇ ਦੂਸਰਾ ਭਾਰਤ ਵਿੱਚ ਇਹਨੂੰ ਆਇਰਨ ਲੇਡੀ ਕਹਿੰਦੇ ਹੁੰਦੇ ਸੀ। ਉਹ ਜਿਹੜੀ ਆਇਰਨ ਲੇਡੀ ਸੀ ਉਹ ਇੱਕ ਮਸਖਰਾ ਬੰਦਾ ਸੀ, ਕਮੇਡੀਅਨ ਸਮਝ ਲਓ ਤੁਸੀਂ। ਜੀ। ਉਹ ਰਾਜ ਨਰਾਇਣ ਉਹਦੇ ਤੋਂ ਹਾਰ ਗਈ ਸੀ ਔਰ ਬੜੀ ਬੁਰੀ ਤਰ੍ਹਾਂ ਹਾਰੀ ਸੀ, ਪ੍ਰਧਾਨ ਮੰਤਰੀ ਹੁੰਦਿਆਂ ਹਾਰ ਗਈ ਸੀ।
ਜੇ ਇਸ ਤਰ੍ਹਾਂ ਦੇ ਮੌਕੇ ਆ ਸਕਦੇ ਆ ਤੇ ਫਿਰ ਤੁਸੀਂ ਇਹ ਸਮਝੋ ਕਿ ਆਹ ਜਿਹੜੀਆਂ ਗੱਲਾਂ ਨੇ ਭਾਜਪਾ ਵਾਲੇ ਕਹਿੰਦੇ ਕਿ ਸਾਨੂੰ ਕੋਈ ਫਰਕ ਨਹੀਂ ਪੈਣ ਲੱਗਾ, ਇਹ ਉਹਨਾਂ ਦੇ ਮਨ ਦਾ ਵਹਿਮ ਹੈ, ਕੋਈ ਫਰਕ ਨਹੀਂ ਪੈਣਾ ਜੀ। ਅੰਨਾ ਹਜ਼ਾਰੇ ਦੀ ਲਹਿਰ ਚੱਲਦੀ ਸੀ। ਹਰਿਆਣੇ ਦੇ ਵਿੱਚ ਇੱਕ ਉਪ ਚੋਣ ਆ ਗਈ ਸੀ ਪਾਰਲੀਮੈਂਟ ਦੀ, ਸਾਰੇ ਕਹਿੰਦੇ ਸੀ ਨਹੀਂ ਜਾਣਾ, ਤੇ ਅਰਵਿੰਦ ਕੇਜਰੀਵਾਲ ਨੇ ਆਖਿਆ ਅਸੀਂ ਜਾਵਾਂਗੇ। ਤੇ ਉਹਨੇ ਆ ਕੇ ਹਰਿਆਣੇ 'ਚ ਇੱਕੋ ਹੀ ਗੱਲ ਆਖੀ ਸੀ ਕਿ ਇੱਥੇ ਕਾਂਗਰਸ ਦੀ ਸਰਕਾਰ ਆ, ਕੇਂਦਰ ਵਿੱਚ ਕਾਂਗਰਸ ਦੀ ਸਰਕਾਰ ਆ ਜੀ। ਅਸੀਂ ਲੋਕਾਂ ਨੂੰ ਕਹਿੰਦੇ ਆ ਕਾਂਗਰਸ ਨੂੰ ਵੋਟ ਨਾ ਪਾਇਓ, ਉਹਨੂੰ ਪਾ ਦਿਓ ਜਿਹੜਾ ਕਾਂਗਰਸ ਨੂੰ ਹਰਾ ਸਕਦਾ, ਤੇ ਵੋਟ ਖਰਾਬ ਨਾ ਕਰਿਓ। ਅੱਗੇ ਅੱਗੇ ਅਰਵਿੰਦ ਕੇਜਰੀਵਾਲ ਤੁਰਿਆ ਜਾਂਦਾ ਸੀ, ਪਿੱਛੇ ਪਿੱਛੇ ਲੋਕਾਂ ਦੀ ਭੀੜ ਇਕੱਠੀ ਹੋਈ ਜਾਂਦੀ ਸੀ। ਪਹਿਲੀਆਂ ਛੋਟੀਆਂ ਗੁੱਟ ਮੀਟਿੰਗਾਂ, ਨੁੱਕਰ ਮੀਟਿੰਗਾਂ, ਚੌਕਾਂ ਵਿੱਚ ਮੀਟਿੰਗਾਂ, ਹੌਲੀ ਹੌਲੀ ਜਿੱਧਰ ਨੂੰ ਜਾਵੇ ਇਹ ਉਹ ਜਲੂਸ ਬਣਨਾ ਸ਼ੁਰੂ ਹੋ ਗਿਆ, ਤੇ ਅੰਤ ਨੂੰ ਸਿੱਟਾ ਕੀ ਨਿਕਲਿਆ ਸੀ। ਕਾਂਗਰਸ ਪਾਰਟੀ ਕੇਂਦਰ ਦੀ ਸਰਕਾਰ ਤੇ ਹਰਿਆਣੇ ਦੀ ਦੋਵੇਂ ਸਰਕਾਰਾਂ ਹੋਣ ਦੇ ਬਾਵਜੂਦ ਕਾਂਗਰਸ ਦਾ ਉਮੀਦਵਾਰ ਹਾਰ ਗਿਆ ਸੀ, ਕਿਉਂਕਿ ਜਿਹੜਾ ਦਿੱਲੀ ਵਿੱਚ ਅੰਨਾ ਦਾ ਅੰਦੋਲਨ ਚੱਲਦਾ ਸੀ, ਸੰਘਰਸ਼ ਚੱਲਦਾ ਸੀ, ਉਹਦਾ ਸੇਕ ਹਰਿਆਣੇ 'ਚ ਆਣ ਪਹੁੰਚਿਆ ਸੀ। ਉਸ ਸੇਕ ਨੇ ਹਰਿਆਣੇ 'ਚ ਕਾਂਗਰਸ ਪਾਰਟੀ ਡੋਬਤੀ ਸੀ। ਇਹ ਜਿਹੜੇ ਭਾਜਪਾ ਵਾਲੇ ਇਸ ਵੇਲੇ ਇਹ ਕਹਿੰਦੇ ਆ ਕਿ ਇੱਥੇ ਕੋਈ ਫਰਕ ਨਹੀਂ ਪੈਂਦਾ, ਦਿੱਲੀ 'ਚ ਬੈਠੇ ਆ ਤੇ ਬੈਠੇ ਰਹੋ ਜੀ। ਉਹ ਸਮਝਦੇ ਆਪੇ ਥੱਕ ਟੁੱਟ ਕੇ ਮੁੜ ਜਾਣਗੇ। ਇੱਕ ਥੱਕ ਟੁੱਟ ਕੇ ਨਹੀਂ ਮੁੜਨਗੇ, ਇੱਕ ਹੱਦ ਹੁੰਦੀ ਹੈ ਜ਼ਬਰ ਬਰਦਾਸ਼ਤ ਕਰਨ ਦੀ। ਹੁਣ ਇੱਥੇ ਪਹੁੰਚ ਗਿਆ ਕਿ ਹੋਰ ਬਰਦਾਸ਼ਤ ਨਹੀਂ ਕਰਨਾ। ਹੁਣ ਤਾਂ ਜਿੱਥੇ ਇਹ ਜਾਣਗੇ ਚੋਣ ਪ੍ਰਚਾਰ ਕਰਨਗੇ ਜੀ, ਉਹਦੇ ਨਾਲ ਨਾਲ ਚੱਲੇ ਨਹੀਂ ਗਿਰਧਾਰੀ ਲਾਲ ਜੀ, ਉੱਥੇ ਪਹੁੰਚਣਗੇ, ਅਸਰ ਪੈ ਸਕਦਾ ਹੈ। ਹਾਂ। ਪੰਨੂ ਸਾਹਿਬ, ਅਗਲੀ ਖਬਰ ਵੱਲ ਵੱਧਦੇ ਹਾਂ। ਹਰਿਆਣੇ ਵਿੱਚ ਵੈਸੇ ਤਾਂ ਸਰਕਾਰ ਬਚ ਗਈ, ਪਰ ਅਕਾਲੀ ਵਿਧਾਇਕਾਂ ਨੇ ਘੇਰਨ ਦੀ ਕੋਸ਼ਿਸ਼ ਕੀਤੀ ਆ, ਇਹ ਕੀ ਕਹਾਣੀ ਆ? ਦੇਖੋ, ਅਕਾਲੀ ਵਿਧਾਇਕ ਪਿਛਲੇ ਸਾਲ ਸਤੰਬਰ ਤੱਕ ਤਾਂ 3 ਕਾਨੂੰਨਾਂ ਦੇ ਪੱਖ ਵਿੱਚ ਸੀ ਜੀ। ਜਦੋਂ ਇਹਨਾਂ ਨੇ ਖਹਿੜਾ ਛਡਾਇਆ ਉਹਨਾਂ ਤੋਂ ਲੋਕਾਂ ਦਾ ਰੋਸ ਵੇਖ ਕੇ, ਹੁਣ ਇਹ ਬਾਕੀਆਂ ਤੋਂ ਵੱਧ ਉਹਨਾਂ ਕਾਨੂੰਨਾਂ ਦੇ ਖਿਲਾਫ ਬਣਨਾ ਚਾਹੁੰਦੇ। ਕੱਲ੍ਹ ਇਹਨਾਂ ਨੇ ਹਰਿਆਣੇ ਦਾ ਮੁੱਖ ਮੰਤਰੀ ਜਦੋਂ ਉਹ ਭਰੋਸੇ ਦਾ ਵੋਟ ਲੈ ਕੇ ਨਿਕਲਿਆ ਬਾਹਰ ਜੀ, ਉਹਦਾ ਘਿਰਾਓ ਕਰਨ ਦਾ ਯਤਨ ਕੀਤਾ, ਉਹਨੂੰ ਦੂਰੋਂ ਕਾਲੇ ਝੰਡੇ ਵਿਖਾਏ। ਇਹ ਗੱਲ ਹਰਿਆਣੇ ਵਾਲੇ ਕਹਿੰਦੇ ਗਲਤ ਹੋਈ ਆ। ਠੀਕ ਆ, ਹੁਣ ਬਿਲਡਿੰਗ ਇੱਕੋ ਉਹਦੇ 'ਚ ਹਰਿਆਣੇ ਦੀ ਵੀ ਵਿਧਾਨ ਸਭਾ ਤੇ ਪੰਜਾਬ ਦੀ ਵੀ ਹੈ ਜੀ। ਇਸ ਤਰ੍ਹਾਂ ਇੱਕ ਦੂਸਰੇ ਦੇ ਮੁੱਖ ਮੰਤਰੀਆਂ ਨੂੰ ਘੇਰਨ ਲੱਗੇ ਤੇ ਉਹ ਕੱਲ੍ਹ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਜਾਂ ਹੋਰਨਾਂ ਨੂੰ ਘੇਰਨਗੇ, ਇਹ ਮਾੜਾ ਹੈ। ਪਰ ਇਹਦੀ ਸ਼ੁਰੂਆਤ ਅਕਾਲੀਆਂ ਨਹੀਂ ਕੀਤੀ। ਇਹਦੀ ਸ਼ੁਰੂਆਤ ਪਿਛਲੇ ਸਾਲ ਉਹਨਾਂ ਨੇ ਕੀਤੀ ਸੀ, ਪਿਛਲੇ ਤੋਂ ਪਿਛਲੇ ਸਾਲ ਹਰਿਆਣੇ ਵਾਲਿਆਂ ਨੇ ਜੀ। SYL ਦੇ ਮੁੱਦੇ ਤੇ ਚੌਟਾਲਾ ਪਰਿਵਾਰ ਜਿਹੜਾ ਸੀ, ਅਭੈ ਚੌਟਾਲਾ ਤੇ ਦੁਸ਼ਯੰਤ ਚੌਟਾਲਾ ਤੇ ਸਾਰੇ ਇਕੱਠੇ ਹੋ ਕੇ ਆਪਣੀ ਅਸੈਂਬਲੀ 'ਚੋਂ ਬਾਈਕਾਟ ਕੀਤਾ, ਵਾਕਆਊਟ ਕੀਤਾ, ਤੇ ਪੰਜਾਬ ਦੀ ਅਸੈਂਬਲੀ ਜਿੱਥੇ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਸੀ, ਇਹਦੇ ਗੇਟ ਤੇ ਆ ਕੇ ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਦੇ ਲੀਡਰ ਮੁਰਦਾਬਾਦ, ਪੰਜਾਬ ਦਾ ਮੁੱਖ ਮੰਤਰੀ ਮੁਰਦਾਬਾਦ, ਪੰਜਾਬ ਦੇ ਵਿਧਾਇਕ ਮੁਰਦਾਬਾਦ, ਸਭ ਕੁਝ ਕਰਤਾ। ਹੁਣ ਜਦੋਂ ਇਹ ਗੇਟ ਤੇ ਹੀ ਆ ਗਏ, ਜਿਹੜਾ ਅੰਦਰ ਸੈਸ਼ਨ ਚੱਲਦਾ ਸੀ ਉਹ ਰੋਕਣਾ ਪਿਆ, ਉਹ ਵੀ ਬਾਹਰ ਨੂੰ ਉੱਠ ਤੁਰੇ। ਫਿਰ ਦੋਵਾਂ 'ਚ ਫੋਰਸ ਆ ਗਈ, ਜਿਸ ਦਿਨ ਉੱਥੇ ਝਗੜਾ ਹੋ ਜਾਂਦਾ ਜੀ। ਦੋਵਾਂ ਧਿਰਾਂ ਦੇ ਵਿਧਾਇਕ, ਹਰਿਆਣੇ ਦੇ ਵਿਧਾਇਕ ਤੇ ਪੰਜਾਬ ਦੇ ਵਿਧਾਇਕ ਇੱਕ ਦੂਜੇ ਨੂੰ ਗਲੋਂ ਫੜ ਲੈਂਦੇ ਤੇ ਫਿਰ ਕੀ ਬਣਦਾ। ਦੋਵਾਂ ਧਿਰਾਂ ਨੂੰ ਆਪੋ ਆਪਣੀ ਮਰਿਆਦਾ ਕਾਇਮ ਰੱਖਣੀ ਚਾਹੀਦੀ, ਆਪੋ ਆਪਣੀ ਹੱਦ ਕਾਇਮ ਰੱਖਣੀ ਚਾਹੀਦੀ ਆ। ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲਿਆਂ ਦੇ ਖਿਲਾਫ ਇੱਦਾਂ ਨਹੀਂ ਕਰਨਾ ਚਾਹੀਦਾ, ਹਰਿਆਣੇ ਵਾਲਿਆਂ ਨੂੰ ਪੰਜਾਬ ਵਾਲਿਆਂ ਦੇ ਖਿਲਾਫ ਨਹੀਂ ਤਾਂ ਕਰਨਾ ਚਾਹੀਦਾ ਜੀ। ਜੇ ਪ੍ਰੋਟੈਸਟ ਕਰਨਾ ਅਕਾਲੀਆਂ ਨੇ ਤੇ ਵਿਧਾਨ ਸਭਾ ਦੇ ਵਿੱਚ ਇੱਦਾਂ ਦਾ ਕਰਨ ਦੇ ਬਜਾਏ, ਉਹਨਾਂ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਸਰਕਾਰੀ ਕੋਠੀ ਉੱਥੇ ਹੈਗੀ ਆ, ਜਾਓ ਜਾ ਕੇ ਉੱਥੇ ਵੀ ਤੁਸੀਂ ਮੁਜ਼ਾਹਰਾ ਕਰੋ, ਗ੍ਰਿਫਤਾਰੀਆਂ ਦੇਣੀਆਂ ਦੇ ਲਓ, ਪਰ ਇਹ ਥਾਂ ਠੀਕ ਨਹੀਂ ਸੀ। ਪਰ ਸਾਹਿਬ, ਪੰਜਾਬ ਵਿੱਚ ਆਯੁਸ਼ਮਾਨ ਸਕੀਮ ਦਾ ਘਪਲਾ ਸਾਹਮਣੇ ਆਇਆ। ਵੈਸੇ ਤਾਂ ਹਸਪਤਾਲਾਂ ਦੇ ਵਿੱਚ ਜ਼ਿੰਦਗੀਆਂ ਬਚਾਈਆਂ ਜਾਂਦੀਆਂ, ਪਰ ਇਹ ਹੁਣ ਘਪਲੇ ਨੂੰ ਕਿਵੇਂ ਦੇਖਦੇ ਹੋ? ਇਹ ਘਪਲਾ ਹੁਣ ਪਹਿਲੀ ਵਾਰ ਨਹੀਂ ਸਾਹਮਣੇ ਆਇਆ ਜੀ। ਹੁਣ ਇੱਥੇ ਸਾਡੇ ਜਲੰਧਰ, ਕਪੂਰਥਲਾ, ਇੱਧਰ 3 ਜ਼ਿਲ੍ਹਿਆਂ ਦੇ ਵਿੱਚ ਆਇਆ ਜੀ। ਇਹਦੇ ਤੋਂ ਪਹਿਲਾਂ 2-3 ਸਾਲ ਪਹਿਲਾਂ ਦੀ ਗੱਲ ਮੋਹਾਲੀ 'ਚ ਆਇਆ ਸੀ, ਮਰੀਜ਼ ਹੈ ਹੀ ਨਹੀਂ, ਉਹਨਾਂ ਦੇ ਨਾਂ ਪਾ ਕੇ ਤੇ ਉਹਦੇ ਨਾਂ ਦੇ ਉੱਤੇ ਜਿਹੜੇ ਸਰਕਾਰ ਤੋਂ ਫੰਡ ਲੈ ਜਾ ਰਹੇ ਸੀ ਜੀ, ਮਰੀਜ਼ ਦਾ ਇਲਾਜ ਕਰਦੇ ਬੀਮਾ ਏਜੰਸੀਆਂ ਤੋਂ ਲੈ ਜਾ ਰਹੇ ਸੀ ਜੀ। ਅਜੇ ਆ ਪਿਛਲੇ ਮਹੀਨੇ ਦੀ ਗੱਲ ਹੈ, ਅੰਮ੍ਰਿਤਸਰ ਦੇ ਵਿੱਚ 3-4 ਹਸਪਤਾਲਾਂ ਤੇ ਛਾਪੇ ਪਏ। ਇੱਕ ਹਸਪਤਾਲ 'ਚ ਆਖਿਆ ਗਿਆ ਮਰੀਜ਼ ਕਿੱਥੇ ਆ, ਕਹਿੰਦੇ ਜੀ ਮਰੀਜ਼ ਸਕੈਨ ਕਰਾਉਣ ਭੇਜਿਆ। ਕਿੱਥੇ ਭੇਜਿਆ? ਫਲਾਨੀ ਲੈਬੋਰਟਰੀ 'ਚ। ਉੱਥੇ ਪੁਲਿਸ ਚਲੀ ਗਈ, ਮਰੀਜ਼ ਉੱਥੇ ਗਿਆ ਹੀ ਨਹੀਂ, ਉੱਥੇ ਹੈ ਹੀ ਨਹੀਂ ਜੀ। ਅਸਲ 'ਚ ਮਰੀਜ਼ ਉੱਥੇ ਹੈ ਹੀ ਨਹੀਂ ਸੀ। ਫਿਰ ਪੁੱਛਿਆ ਤੇ ਫਿਰ ਨਰਸਾਂ ਤੋਂ ਤੇ ਲੈਬ ਟੈਕਨੀਸ਼ੀਅਨਾਂ ਤੋਂ, ਫਾਰਮਾਸਿਸਟਾਂ ਤੋਂ ਇਹ ਗੱਲ ਨਿਕਲੀ ਕਿ ਮਰੀਜ਼ ਕੋਈ ਬਾਹਰੋਂ ਨਹੀਂ ਗਾ, ਹਸਪਤਾਲ ਦੇ ਮਾਲਕ ਦੀ ਪਤਨੀ ਨੂੰ ਮਰੀਜ਼ ਬਣਾ ਕੇ ਕਾਗਜ਼ਾਂ 'ਚ ਦਾਖਲ ਕੀਤਾ, ਅਸਲ 'ਚ ਉਹ ਆਪਣੀ ਕੋਠੀ 'ਚ ਬੈਠੀ ਆ ਤੇ ਉਹਨੂੰ 3-4 ਮਹੀਨਿਆਂ ਬਾਅਦ ਦਾਖਲ ਕਰ ਲੈਂਦੇ ਆ ਤੇ ਉਹਦੇ ਨਾਂ ਦੇ ਉੱਤੇ ਬਿੱਲ ਬਣਾ ਕੇ ਪਾਈ ਜਾਂਦੇ ਨੇ, ਸਰਕਾਰ ਦੀਆਂ ਸਕੀਮਾਂ ਦਾ ਪੈਸਾ ਲਈ ਜਾਂਦੇ ਨੇ ਜੀ। ਜਿਹੜਾ ਉਹ ਸਾਡੇ ਖੇਤਾਂ 'ਚ ਪਾਣੀ ਜਦੋਂ ਦਿੰਦੇ ਆ ਨਾ,
ਜੀ ਤੇ ਕਈ ਵਾਰੀ ਕੱਚਾ ਖਾਲ ਹੋਵੇ ਤੇ ਉਹ 'ਚ ਮਾੜਾ ਮੋਟਾ ਕਿਤੇ ਵਿੱਚ ਦੀ ਚੂਹਾ ਲੰਘ ਜਾਵੇ ਤੇ ਪਾਣੀ ਨਾਲ ਦੇ ਖੇਤ 'ਚ ਵਗਣਾ ਸ਼ੁਰੂ ਕਰ ਦਿੰਦੇ, ਸੀਰਾਂ ਪੈਣ ਲੱਗ ਪੈਂਦੀਆਂ। ਜੇ ਰਾਹ 'ਚ ਸੀਰਾਂ ਪੈਣ ਤੇ ਅਗਲੇ ਸਿਰੇ ਤੇ ਜਿਹੜਾ ਖੇਤ ਹੈ ਉੱਥੋਂ ਤੱਕ ਪਾਣੀ ਪਹੁੰਚਦਾ ਨਹੀਂ। ਜੀ ਸਾਡੇ ਭਾਰਤ ਸਰਕਾਰ ਦੇ, ਪੰਜਾਬ ਸਰਕਾਰ ਦੇ, ਸਾਰੀਆਂ ਸਰਕਾਰਾਂ ਦੇ ਲੋਕ ਭਲਾਈ ਦੇ ਜਿੰਨੇ ਕੁ ਫੰਡ ਆ, ਇਹ ਉੱਪਰੋਂ ਜਿਹੜਾ ਖਾਲ ਤੁਰਦਾ ਆਮ ਲੋਕਾਂ ਤੱਕ ਪਹੁੰਚਦਿਆਂ ਇਹ 'ਚ ਸੀਰਾਂ ਇੰਨੀਆਂ ਲੱਗ ਜਾਂਦੀਆਂ ਨੇ, ਜੀ ਇੰਨੀਆਂ ਸੀਰਾਂ ਪੈਂਦੀਆਂ ਤੇ ਇੰਨੀਆਂ ਤੇ ਪਾਈਪਾਂ ਲੱਗ ਜਾਂਦੀਆਂ, ਇੰਨੀਆਂ ਕੁੰਡੀਆਂ ਲੱਗ ਜਾਂਦੀਆਂ, ਇੰਨੀਆਂ ਟੱਕੀਆਂ ਲੱਗ ਜਾਂਦੀਆਂ ਤੇ ਲੋਕਾਂ ਤੱਕ ਪਹੁੰਚਦਾ ਨਹੀਂ। ਇਹ ਲੋਕਾਂ ਦਾ ਪੈਸਾ, ਬਹੁਤ ਸਾਰੇ ਲੋਕਾਂ ਨੂੰ ਪਤਾ ਵੀ ਲੱਗੇ ਕਿ ਫਲਾਨਾ ਇਸ ਤਰ੍ਹਾਂ ਹੇਰਾਫੇਰੀ ਕਰਕੇ ਆਪਣੇ ਪਰਿਵਾਰ ਦੇ ਜੀਆਂ ਦੇ ਨਾਂ ਦੇ ਉੱਤੇ ਝੂਠ ਬੋਲ ਕੇ ਜੀ ਸਰਕਾਰ ਦੇ ਫੰਡ ਖਾਂਦਾ, ਤੇ ਲੋਕ ਪਤਾ ਕੀ ਕਹਿੰਦੇ, ਚੱਲ ਕੋਈ ਨਹੀਂ ਯਾਰ, ਖਾ ਗਿਆ ਫਿਰ ਕੀ ਆ, ਸਰਕਾਰ ਦਾ ਹੀ ਹੈ। ਇਹ ਪੈਸਾ ਸਰਕਾਰ ਦਾ ਨਹੀਂ ਹੁੰਦਾ, ਬਿਲਕੁਲ ਇਹ ਪੈਸਾ ਸਾਡਾ। ਨਵਜੀਤ ਜੀ, ਤੁਹਾਡੀ ਜੇਬ ਵਿੱਚੋਂ ਵੀ ਟੈਕਸ ਭਰਿਆ ਜਾਂਦਾ, ਮੇਰੀ ਜੇਬ 'ਚੋਂ ਵੀ ਭਰਿਆ ਜਾਂਦਾ। ਜੀ ਬਿਲਕੁਲ ਅਸੀਂ ਲੋਕ ਟੈਕਸ ਦਿੰਦੇ ਆ, ਪੰਜੀ ਦੁੱਕੀ ਕਰਕੇ ਹਰ ਚੀਜ਼ ਦਾ ਟੈਕਸ ਇਕੱਠਾ ਹੋ ਕੇ ਕੰਸੋਲੀਡੇਟਡ ਫੰਡ ਵਿੱਚ ਖਜ਼ਾਨੇ 'ਚ ਜਾਂਦਾ ਤੇ ਉਸ ਖਜ਼ਾਨੇ 'ਚੋਂ ਲੋਕਾਂ ਨੂੰ ਸਹੂਲਤਾਂ ਦੇਣੀਆਂ ਹੁੰਦੀਆਂ, ਜਿਹੜੀਆਂ ਸਹੂਲਤਾਂ ਨੂੰ ਇਹ ਚੋਰ ਜਿਹੜੇ ਨੇ ਰਾਜ ਵਰਤਦੇ ਆ। ਹਸਪਤਾਲ ਠੀਕ ਹੈ, ਲੋਕਾਂ ਦੀ ਸੇਵਾ ਕਰਨ ਵਾਸਤੇ ਨੇ, ਲੋਕਾਂ ਨੂੰ ਮਰਦਿਆਂ ਨੂੰ ਬਚਾਉਣ ਵਾਸਤੇ ਨੇ, ਕਿ ਜਿੱਥੇ ਜਿੱਥੇ ਇਹੋ ਜਿਹੀ ਕੋਈ ਕਾਲੀ ਭੇਡ ਆ, ਕੋਈ ਬਲੈਕ ਸ਼ੀਪ ਹੈ ਜਿਹੜਾ ਇਸ ਤਰ੍ਹਾਂ ਦਾ ਕੰਮ ਕਰਦਾ, ਡਾਕਟਰੀ ਸੇਵਾ ਦੇ ਨਾਂ 'ਤੇ, ਸਿਹਤ ਸੇਵਾ ਦੇ ਨਾਂ 'ਤੇ ਇਹੋ ਜਿਹੇ ਫਰਾਡ ਕਰਦਾ ਜਾਂ ਫਰਾਡ ਵਿੱਚ ਸ਼ਾਮਲ ਹੁੰਦਾ, ਉਹਨਾਂ ਡਾਕਟਰਾਂ ਦੇ ਲਾਇਸੈਂਸ ਕੈਂਸਲ ਕਰ ਦੇਣੇ ਚਾਹੀਦੇ ਆ। ਅੱਗੇ ਤੋਂ ਉਹਨਾਂ ਨੂੰ ਹਸਪਤਾਲ ਦੇ ਵਿੱਚ ਇਹੋ ਜਿਹਾ ਕੰਮ ਨਹੀਂ ਕਰਨ ਦੇਣਾ ਚਾਹੀਦਾ, ਤਾਂ ਕਿ ਹਸਪਤਾਲ ਜਿਹੜੇ ਆ, ਸਿਹਤ ਸੇਵਾਵਾਂ ਜਿਹੜੀਆਂ ਉਹ ਬਦਨਾਮ ਨਾ ਹੋਣ। ਜੀ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਕੋਈ ਨਾ ਕੋਈ ਕਾਰਵਾਈ ਜ਼ਰੂਰ ਕੀਤੀ ਜਾਵੇ। ਪੰਨ ਸਾਹਿਬ, ਤੁਸੀਂ ਐਂ ਚਰਚਾ ਕੀਤੀ, ਬਹੁਤ ਬਹੁਤ ਧੰਨਵਾਦ। ਸੋ ਅੱਜ ਦੇ ਇਸ ਪ੍ਰੋਗਰਾਮ ਵਿੱਚ ਬਸ ਇੰਨਾ ਹੀ। ਮੈਨੂੰ ਨਵਜੀਤ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ।